बिछड़ा कुछ इस अदा से कि मौसम बदल गए, एक शख्स सारे शहर को वीरान कर गया। ਉਹ ਸਾਰੀ ਦੁਨੀਆ ਨੂੰ ਵੀਰਾਨ ਕਰ ਗਿਆ ਸਾਡੀ ਨੂੰ। ਜਿੱਥੋਂ ਤੱਕ ਨਜ਼ਰ ਜਾਂਦੀ ਆ ਸਾਡੇ ਕੋਲੇ ਕੁਛ ਇੱਦਾਂ ਲੱਗਦਾ ਕੁਛ ਹੈ ਨਹੀਂ ਗਾ। ਮੈਨੂੰ ਉਹਦਾ ਹੌਸਲਾ ਬਹੁਤ ਹੁੰਦਾ ਸੀ, ਇੱਕ ਸਹਾਰਾ ਬਹੁਤ ਸੀਗਾ ਵੀ ਚਾਹੇ ਉਹ ਕੋਈ ਮਰਜ਼ੀ ਕੰਮ ਕਰ ਰਿਹਾ, ਕਿਤੇ ਵੀ ਕਰ ਰਿਹਾ, ਪਰ ਉਹ ਇੱਕ ਸੀਗਾ ਉਹਦਾ ਬਹੁਤ ਵੱਡਾ ਸਹਾਰਾ। ਜਦੋਂ ਤੋਂ ਦੀਪ ਗਿਆ ਉਦੋਂ ਤੋਂ ਹਰ ਉਹ ਅੱਖ ਰੋਈ ਹੈ, ਹਰ ਉਹ ਵਿਅਕਤੀ ਰੋਇਆ ਜਿਸ ਨੇ ਉਹਨੂੰ ਕਦੀ ਗੱਦਾਰ ਕਿਹਾ ਹੋਣਾ ਜਾਂ ਏਜੰਸੀਆਂ ਦਾ ਬੰਦਾ ਕਿਹਾ ਹੋਣਾ। ਉਹ ਕਹਿੰਦਾ ਸੀ ਤੁਸੀਂ ਮੈਨੂੰ ਗੱਦਾਰ ਕਿਹਾ, ਮੈਂ ਤਾਂ ਵੀ ਇੱਥੇ ਹੀ ਖੜਾ। ਬਿਲਕੁਲ, ਜੇ ਗਦਾਰ ਕਿਹਾ, ਜੇ ਉਹ ਗਦਾਰ ਹੁੰਦਾ ਜਾਂ ਉਹ ਪ੍ਰਵੋਕ ਹੁੰਦਾ, ਜੇ ਗਦਾਰ ਨਾ ਵੀ ਹੁੰਦਾ ਉਹ ਪ੍ਰਵੋਕ ਵੀ ਹੋ ਜਾਂਦਾ ਨਾ, ਤਾਂ ਉਹਦੀ ਸ਼ਖਸੀਅਤ ਦਾ ਕੱਦ ਘਟ ਜਾਣਾ ਸੀ। ਪੂਰਾ ਚੁੱਕ ਕੇ ਮੱਥਾ ਟੇਕਿਆ ਗਿਆ ਉਸ ਦੇ ਮ੍ਰਿਤਕ ਦੇਹ ਨੂੰ, ਔਰ ਜਦੋਂ ਤੱਕ ਉਹ ਸੇਵਾ ਬਲਦਾ ਰਿਹਾ ਪੂਰੀ ਰਾਤ ਲੋਕ ਉੱਥੇ ਬੈਠੇ ਅਰਦਾਸਾਂ ਕਰੀ ਗਏ, ਪਾਠ ਕਰੀ ਗਏ, ਸਵੇਰ ਤੱਕ ਉੱਥੋਂ ਹਿੱਲੇ ਨਹੀਂ। ਔਰ ਦਿਨ ਚੜ੍ਹਿਆ ਤਾਂ ਲੋਕ ਮਿੱਟੀ ਦੇ ਨਾਲ, ਮਿੱਟੀ ਜਦੋਂ ਦੀਪ ਹੋ ਗਿਆ ਤਾਂ ਉਸ ਮਿੱਟੀ ਨੂੰ ਆਪਣੇ ਘਰ ਲਿਜਾਣ ਦੇ ਲਈ ਉੱਥੇ ਆਏ। ਫਰਵਰੀ 2021 ਤੁਹਾਡੀ ਫੇਸਬੁੱਕ ਦੀ ਇੱਕ ਪੋਸਟ ਕਿ ਜੇ ਸਾਡੇ ਵਾਲਾ ਗਲਤ ਨਿਕਲਿਆ ਤਾਂ ਮੈਨੂੰ ਗੋਲੀ ਮਾਰ ਦਿਓ। 100% ਮੈਂ ਇਹਦੇ ਲਈ ਕਲੀਅਰ ਹੀ ਸੀਗਾ ਕਿ ਨਾ ਦੀਪ ਵਿਕ ਸਕਦਾ, ਨਾ ਉਹ ਕਿਸੇ ਦਾ ਏਜੰਸੀ ਦਾ ਬੰਦਾ ਹੋ ਸਕਦਾ, ਨਾ ਉਹ ਬਦਲ ਹੋ ਸਕਦਾ, ਨਾ ਉਹ ਗਦਾਰ ਹੋ ਸਕਦਾ। ਇਹੋ ਜਿਹੇ ਜਿਹੜੇ ਸ਼ਬਦ ਨੇ ਦੀਪ ਨਾਲ ਜੋੜੇ ਹੀ ਨਹੀਂ ਜਾ ਸਕਦੇ। ਅਸਲ 'ਚ ਰਾਜਨੀਤੀ 'ਚ ਔਰ ਇਹ ਜਿਹੜੇ ਧਰਨੇ ਮੁਜ਼ਾਹਰੇ ਜਾਂ ਜਿਹੜੇ ਇਸ ਕਿਸਮ ਦੇ ਸੰਘਰਸ਼ ਹੁੰਦੇ ਆ, ਉਹਦੇ 'ਚ ਨਾ ਵੈਸੇ ਹੀ ਕਈ ਬੰਦਿਆਂ ਨੂੰ ਟਾਰਗੇਟ ਕਰ ਲਿਆ ਜਾਂਦਾ। ਕਿਸੇ ਬੰਦੇ ਨੂੰ ਗਦਾਰ ਕਹਿ ਦਿਓ ਤਾਂ ਤੁਹਾਨੂੰ ਸਿੱਧ ਕਰਨ ਦੀ ਲੋੜ ਨਹੀਂ ਪੈਂਦੀ, ਵੈਸੇ ਹੀ ਬਹੁਤ ਸਾਰੇ ਲੋਕ ਤੁਹਾਡੀ ਗੱਲ ਮੰਨ ਲੈਂਦੇ ਨੇ। ਦੀਪ ਨੇ ਤਾਂ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ, ਉਹ ਤਾਂ ਦੁਸ਼ਮਣਾਂ ਦਾ ਜ਼ਿਕਰ ਵੀ ਬਹੁਤ ਇੱਜ਼ਤ ਨਾਲ ਕਰਦਾ ਸੀ। ਉਹ ਵਿਚਾਰਧਾਰਕ ਸਿਧਾਂਤਕ ਵਿਰੋਧ ਨੂੰ ਮੰਨਦਾ ਸੀ, ਜ਼ਾਤੀ ਵਿਰੋਧ ਕਿਸੇ ਦਾ ਨਹੀਂ ਉਹਨੇ ਕਦੇ ਕੀਤਾ। ਫੇਸਬੁੱਕ ਤੇ ਲਿਖਿਆ ਕਿ ਕੁਝ ਵੀ ਪਹਿਲਾਂ ਜਿਹਾ ਨਹੀਂ ਰਿਹਾ, ਤੂੰ ਹੁੰਦਾ ਤਾਂ ਸ਼ਾਇਦ ਨਹੀਂ ਹੋਣਾ ਸੀ। ਤੇਰੇ ਜਾਣ ਤੋਂ ਬਾਅਦ ਮੈਂ ਵਾਹਿਗੁਰੂ ਦਾ ਜਾਪ ਕਰਨ ਲੱਗ ਗਿਆ, ਫਤਿਹ ਬੁਲਾਉਣ ਲੱਗ ਗਿਆ। ਬਹੁਤ ਕੁਝ ਲਿਖਿਆ ਤੁਸੀਂ ਫੇਸਬੁੱਕ ਤੇ, ਆਪਣੀ ਭਾਵਨਾਵਾਂ ਵਿਅਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਲਿਖਦੇ ਲਿਖਦੇ ਤੁਹਾਡੀਆਂ ਅੱਖਾਂ ਨਮ ਹੋਈਆਂ ਹੋਣੀਆਂ, ਸ਼ਾਇਦ ਪੜ੍ਹਦੇ ਸਾਡੀਆਂ ਅੱਖਾਂ ਵੀ ਨਮ। ਇਹਦਾ ਜਿਹੋ ਜੀ ਸਾਂਝ ਸੀ ਉਵੇਂ ਹੀ ਦੁੱਖ ਆ। ਔਰ ਕਮਾਲ ਦੀ ਗੱਲ ਆ, ਜਿਨ੍ਹਾਂ ਨਾਲ ਕੋਈ ਸਾਂਝ ਨਹੀਂ ਸੀ, ਜਿਨ੍ਹਾਂ ਨੂੰ ਕਦੇ ਨਹੀਂ ਮਿਲਿਆ, ਜਦੋਂ ਕੋਈ ਜੋਬਨ ਉੱਤੇ ਤੁਰ ਜਾਂਦਾ ਤਾਂ ਉਹਦੀਆਂ ਚੰਗਿਆਈਆਂ ਬਹੁਤ ਯਾਦ ਆਉਂਦੀਆਂ ਨੇ, ਔਰ ਜਿਉਂਦੇ ਜੀ ਅਸੀਂ ਉਹਨੂੰ ਜੀਣ ਨਹੀਂ ਦਿੰਦੇ। ਕੋਈ ਮਰ ਜੇ ਉਹ ਤੋਂ ਬਾਅਦ ਵੀ ਜੇ ਲੋਕ ਮੁੱਲ ਨਾ ਪਾਉਣ ਫਿਰ ਕਿੰਨੀ ਮਾੜੀ ਗੱਲ ਹੋ। ਉਹਨਾਂ ਨੇ ਜਾਣ ਤੋਂ ਬਾਅਦ ਤਾਂ ਸਮਝ ਰਹੇ ਨੇ ਨਾ ਕਿ ਕੌਣ ਚਲਾ ਗਿਆ। ਚਲੋ ਸਾਡੇ ਵਰਗਿਆਂ ਤੋਂ ਪਹਿਲਾਂ ਵੀ ਪਤਾ ਹੀ ਸੀਗਾ, ਇਸੇ ਕਰਕੇ ਉਹਦੇ ਨਾਲ ਖੜੇ ਸੀ ਜਾਂ ਨਾਲ ਤੁਰੇ ਫਿਰਦੇ ਸੀ। ਹੁੰਦਾ ਸੀ ਕਿ ਮੇਰੇ ਪਿੱਛੇ ਕੇਂਦਰ ਨੇ ਬੰਦੇ ਲਾ ਦੇਣੇ ਆ, ਮੈਨੂੰ ਮਰਵਾ ਦੇਣਾ। ਔਰ ਜਦੋਂ ਉਹਦੀ ਮੌਤ ਦੀ ਖਬਰ ਮਿਲੀ ਹੈ, ਕੀ ਆਇਆ ਜ਼ਿਹਨ? ਜਿੰਨਾ ਦਲੇਰ ਸੀ, ਜਿੰਨੀ ਉਹਦੇ 'ਚ ਸ਼ਕਤੀ ਸੀ, ਜਿੰਨੀ ਉਹਦੇ 'ਚ ਜੋਸ਼ ਸੀਗਾ, ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਇੰਨੇ ਸੱਚੇ ਸੁੱਚੇ ਦਲੇਰ ਲੋਕ ਨੇ ਨਾ ਜਿਹੜੇ ਉਹ ਦੁਨੀਆ ਦੇ ਵਿੱਚ ਮਤਲਬ ਅਕਸਰ ਇੱਦਾਂ ਹੋਇਆ ਹੈਗਾ ਕਿ ਕੁਛ ਨਾ ਕੁਛ ਗਲਤ ਹੋ ਜਾਂਦਾ ਹੈ ਨਾ। ਰੀਲੋਡਡ ਦਾ ਆਖਰੀ ਉਹਨਾਂ ਦੇ ਫੇਸਬੁੱਕ ਪੋਸਟ ਤੇ ਇੱਕ ਪੋਸਟਰ ਜਿਹਾ ਉਹਨਾਂ ਨੇ ਸ਼ੇਅਰ ਕੀਤਾ ਹੋਇਆ, ਕਮਿੰਗ ਸੂਨ ਲਿਖ ਕੇ, ਅਧੂਰਾ ਰਹਿ ਗਿਆ।
ਅਮਰਦੀਪ ਜੀ, ਤੁਹਾਨੂੰ ਇਸ ਤੋਂ ਪਹਿਲਾਂ ਕਦੇ ਇੰਨਾ ਹਾਰਿਆ ਹੋਇਆ, ਇੰਨਾ ਮਾਯੂਸ ਨਹੀਂ ਦੇਖਿਆ। ਤੁਸੀਂ ਚੜ੍ਹਦੀ ਕਲਾ ਦੀ ਬਹੁਤ ਖੂਬਸੂਰਤ ਐਗਜ਼ਾਮਪਲ ਹੋ, ਔਰ ਜਦੋਂ ਦਾ ਦੀਪ ਗਿਆ ਮੈਨੂੰ ਲੱਗਦਾ ਉਹ ਹਾਸੇ ਨਾਲ ਖੋ ਕੇ ਲੈ ਗਿਆ। ਹਾਂਜੀ, ਤੁਸੀਂ ਠੀਕ ਕਿਹਾ। ਅਸਲ 'ਚ ਮੇਰੀ ਜਿਹੜੀ ਚੜ੍ਹਦੀ ਕਲਾ ਸੀਗੀ ਉਹਦਾ ਬਹੁਤ ਵੱਡਾ ਕਾਰਨ ਦੀਪ ਆਪ ਹੀ ਸੀਗਾ। ਦੀਪ ਚਾਹੇ ਕਿਤੇ ਵੀ ਹੁੰਦਾ, ਚਾਹੇ ਮੈਂ ਪੰਜਾਬ ਹੁੰਦਾ, ਚਾਹੇ ਦੀਪ ਬੰਬੇ ਹੁੰਦਾ, ਚਾਹੇ ਮੈਂ ਬੰਬੇ ਹੁੰਦਾ, ਦੀਪ ਪੰਜਾਬ ਹੁੰਦਾ, ਚਾਹੇ ਸਾਡੀ 2-4 ਦਿਨ ਗੱਲ ਵੀ ਨਾ ਹੋਈ ਹੁੰਦੀ, ਪਰ ਮੈਨੂੰ ਉਹਦਾ ਹੌਸਲਾ ਬਹੁਤ ਹੁੰਦਾ ਸੀ, ਇੱਕ ਸਹਾਰਾ ਬਹੁਤ ਸੀਗਾ ਵੀ ਚਾਹੇ ਉਹ ਕੋਈ ਮਰਜ਼ੀ ਕੰਮ ਕਰ ਰਿਹਾ, ਕਿਤੇ ਵੀ ਕਰ ਰਿਹਾ, ਪਰ ਉਹ ਇੱਕ ਸੀਗਾ ਉਹਦਾ ਬਹੁਤ ਵੱਡਾ ਸਹਾਰਾ। ਇਸ ਕਰਕੇ ਉਹ ਬਹੁਤ ਮਤਲਬ ਦੁੱਖ ਦੀ ਗੱਲ ਆ। ਤੋਂ ਫਿਰ ਚੜ੍ਹਦੀ ਕਲਾ ਤਾਂ ਜਿਹੜੀ ਆ ਉਹਦਾ ਉਹ ਮਤਲਬ ਪਰਮਾਤਮਾ ਨੇ ਮਾਹੌਲ ਹੀ ਇੱਦਾਂ ਦਾ ਸਿਰਜਤਾ। 21 ਫਰਵਰੀ 2021 ਤੁਹਾਡੀ ਫੇਸਬੁੱਕ ਦੀ ਇੱਕ ਪੋਸਟ ਕਿ ਜੇ ਸਾਡੇ ਵਾਲਾ ਗਲਤ ਨਿਕਲਿਆ ਤਾਂ ਮੈਨੂੰ ਗੋਲੀ ਮਾਰ ਦਿਓ। ਹਾਂਜੀ ਹਾਂ, ਉਹ ਸੋਚਣ ਦੀ ਲੋੜ ਨਹੀਂ ਸੀ ਨਾ ਉਹਦੇ ਲਈ। ਮੈਂ ਕਿਹੜਾ ਕੋਈ ਦੁਬਿਧਾ 'ਚ ਪੈਣਾ ਸੀਗਾ, ਨਾ ਕੋਈ ਸੋਚਣਾ ਸੀ। ਬੇਸ਼ੱਕ ਉਹਦੇ ਨਾਲ ਮੈਂ ਲੜਦੇ ਸੀ ਅਸੀਂ, ਭਾਵੇਂ ਕੁਛ ਵੀ ਸੀ ਗੱਲ, ਪਰ ਕੁਛ ਮਸਲੇ ਇਹੋ ਜਿਹੇ ਸੀਗੇ, ਕੁਛ ਗੱਲਾਂ ਇਹੋ ਜਿਹੀਆਂ ਸੀਗੀਆਂ ਵੀ ਉਹ ਲੜਾਕਾ ਹੋ ਸਕਦਾ ਜਾਂ ਅਸੀਂ ਕਿਸੇ ਗੱਲ 'ਤੇ ਬਹਿਸ ਸਕਦੇ ਹਾਂ। ਪਰ ਇਹ 100% ਮੈਂ ਇਹਦੇ ਲਈ ਕਲੀਅਰ ਹੀ ਸੀਗਾ ਕਿ ਨਾ ਦੀਪ ਵਿਕ ਸਕਦਾ, ਨਾ ਉਹ ਕਿਸੇ ਦਾ ਏਜੰਸੀ ਦਾ ਬੰਦਾ ਹੋ ਸਕਦਾ, ਨਾ ਉਹ ਬਦਲ ਹੋ ਸਕਦਾ, ਨਾ ਉਹ ਗਦਾਰ ਹੋ ਸਕਦਾ। ਇਹੋ ਜਿਹੇ ਜਿਹੜੇ ਸ਼ਬਦ ਨੇ ਦੀਪ ਨਾਲ ਜੋੜੇ ਹੀ ਨਹੀਂ ਜਾ ਸਕਦੇ। ਇਸ ਕਰਕੇ ਉਹ ਤਾਂ ਹੈਗਾ ਹੀ ਸੀਗਾ ਕੱਢਣਾ। ਤਾਂ ਉਹਨੂੰ ਆਪਣਾ ਆਪ ਗਵਾਉਣਾ ਪਿਆ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਮੈਂ ਠੀਕ ਹਾਂ। ਜਦੋਂ ਤੋਂ ਦੀਪ ਗਿਆ ਉਦੋਂ ਤੋਂ ਹਰ ਉਹ ਅੱਖ ਰੋਈ ਹੈ, ਹਰ ਉਹ ਵਿਅਕਤੀ ਰੋਇਆ ਜਿਸ ਨੇ ਉਹਨੂੰ ਕਦੀ ਗੱਦਾਰ ਕਿਹਾ ਹੋਣਾ ਜਾਂ ਏਜੰਸੀਆਂ ਦਾ ਬੰਦਾ ਕਿਹਾ ਹੋਣਾ। ਉਹ ਵੀ ਜਿਹੜੇ ਕਹਿ ਰਹੇ ਸੀ ਨਾ, ਅਸਲ 'ਚ ਉਹਨਾਂ ਨੂੰ ਵੀ ਪਤਾ ਸੀਗਾ ਕਿ ਏਜੰਸੀਆਂ ਦਾ ਬੰਦਾ ਹੈ ਨਹੀਂ। ਅਸਲ 'ਚ ਰਾਜਨੀਤੀ 'ਚ ਔਰ ਇਹ ਜਿਹੜੇ ਧਰਨੇ ਮੁਜ਼ਾਹਰੇ ਜਾਂ ਜਿਹੜੇ ਇਸ ਕਿਸਮ ਦੇ ਸੰਘਰਸ਼ ਹੁੰਦੇ ਆ, ਉਹਦੇ 'ਚ ਨਾ ਵੈਸੇ ਹੀ ਕਈ ਬੰਦਿਆਂ ਨੂੰ ਟਾਰਗੇਟ ਕਰ ਲਿਆ ਜਾਂਦਾ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੇ ਬੋਲ ਰਹੇ ਆ ਉਹਨਾਂ ਕੋਲੇ ਕੋਈ ਪ੍ਰੂਫ ਸੀਗੇ, ਉਹ ਵੈਸੇ ਹੀ ਬੋਲ ਦਿੰਦੇ ਆ। ਬੇਸਲੈਸ ਗੱਲਾਂ ਨੇ, ਕਿਉਂਕਿ ਕਿਸੇ ਬੰਦੇ ਨੂੰ ਗਦਾਰ ਕਹਿ ਦਿਓ ਤਾਂ ਤੁਹਾਨੂੰ ਸਿੱਧ ਕਰਨ ਦੀ ਲੋੜ ਨਹੀਂ ਪੈਂਦੀ। ਵੈਸੇ ਹੀ ਬਹੁਤ ਸਾਰੇ ਲੋਕ ਤੁਹਾਡੀ ਗੱਲ ਮੰਨ ਲੈਂਦੇ ਨੇ। ਇਸ ਕਰਕੇ ਉਹਨਾਂ ਨੂੰ ਪਤਾ ਸੀ। ਹੁਣ ਉਹਨਾਂ ਨੂੰ ਇਹ ਗੱਲ ਪਤਾ ਸੀਗੀ ਕਿ ਦੀਪ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਨੇ, ਨੌਜਵਾਨ ਨੇ, ਹੈ ਨਾ, ਸਿੱਖ ਜਗਤ ਹੈ। ਹੁਣ ਉਹਨਾਂ ਨੂੰ ਲੱਗਦਾ ਸੀ ਕਿ ਨੰਬਰ ਬਣਾ ਲਓ, ਹੈ ਨਾ, ਵੀ ਦੀਪ ਦੇ ਹੱਕ 'ਚ ਬੋਲ ਕੇ। ਅਤੇ ਇਸ ਕਰਕੇ ਸਾਰੀਆਂ ਗੱਲਾਂ ਕਲੀਅਰ ਸੀਗੀਆਂ ਉਹਨਾਂ ਨੂੰ ਪਹਿਲਾਂ ਵੀ। ਬਹੁਤ ਘੱਟ ਲੋਕ ਇੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਜਿਹੜੇ ਕੋਈ ਅੰਦਰੋਂ ਹੀ ਕੋਈ ਸਿਧਾਂਤਕ ਤੌਰ 'ਤੇ ਪੱਕੇ ਹੋਣ ਕਿ ਦੀਪ ਗਲਤ ਆ। ਉਹ ਬੇਸਲੈਸ ਗੱਲਾਂ ਸੀਗੀਆਂ ਉਹਨਾਂ ਦੀਆਂ। ਮਰੀਆਂ ਹੋਈਆਂ ਜ਼ਮੀਰਾਂ ਵਾਲੇ ਨੇ। ਹਾਂਜੀ, ਜ਼ਮੀਰ ਤਾਂ ਇਹਨਾਂ ਗੱਲਾਂ ਦੀ ਤਾਂ ਪਰਖੀ ਜਾਂਦੀ ਆ। ਹੋਰ ਜ਼ਮੀਰ ਕਿਹੜਾ ਦਿਖਦੀ ਆ ਸਾਨੂੰ? ਨਾ ਕੋਈ ਜ਼ਮੀਰ ਦਾ ਅਕਸ ਹੁੰਦਾ, ਨਾ ਉਹਦੀ ਕੋਈ ਫੋਟੋ ਖਿੱਚੀ ਜਾ ਸਕਦੀ ਹੈ। ਤੁਹਾਡੀ ਵਿਚਾਰਧਾਰਾ ਤੋਂ ਹੀ ਪਤਾ ਲੱਗਦਾ ਕਿ ਤੁਹਾਡੀ ਜ਼ਮੀਰ ਕਿੰਨੀ ਕੁ ਕਿੱਥੇ ਹੈਗੀ ਵੀ ਆ ਜਾਂ ਨਹੀਂ ਹੈ। ਉਹ ਮਤਲਬ ਜੋ ਕੁਛ ਆ ਠੀਕ ਆ। ਦੀਪ ਹੁੰਦਾ, ਦੀਪ ਨੇ ਤਾਂ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ। ਉਹ ਤਾਂ ਦੁਸ਼ਮਣਾਂ ਦਾ ਜ਼ਿਕਰ ਵੀ ਬਹੁਤ ਇੱਜ਼ਤ ਨਾਲ ਕਰਦਾ ਸੀ। ਉਹ ਵਿਚਾਰਧਾਰਕ ਸਿਧਾਂਤਕ ਵਿਰੋਧ ਨੂੰ ਮੰਨਦਾ ਸੀ, ਜ਼ਾਤੀ ਵਿਰੋਧ ਕਿਸੇ ਦਾ ਨਹੀਂ ਉਹਨੇ ਕਦੇ ਕੀਤਾ। ਇਸ ਕਰਕੇ ਜਿਹੜੇ ਕਰ ਰਹੇ ਨੇ, ਮੈਂ ਵੀ ਇਹੀ ਕਹਿਣਾ ਵੀ ਉਹਨਾਂ ਨੂੰ ਕੋਈ ਮਾੜਾ ਨਾ ਕਹੋ, ਉਹਨਾਂ 'ਤੇ ਤਰਸ ਕਰੋ। ਉਹ ਵਿਚਾਰੇ ਨੇ। ਉਹ ਕਹਿੰਦਾ ਸੀ ਤੁਸੀਂ ਮੈਨੂੰ ਗੱਦਾਰ ਕਿਹਾ, ਮੈਂ ਤਾਂ ਵੀ ਇੱਥੇ ਹੀ ਖੜਾ। ਬਿਲਕੁਲ, ਜੇ ਗਦਾਰ ਕਿਹਾ, ਜੇ ਉਹ ਗਦਾਰ ਹੁੰਦਾ ਜਾਂ ਉਹ ਪ੍ਰਵੋਕ ਹੁੰਦਾ, ਜੇ ਗਦਾਰ ਨਾ ਵੀ ਹੁੰਦਾ ਉਹ ਪ੍ਰਵੋਕ ਵੀ ਹੋ ਜਾਂਦਾ ਨਾ, ਤਾਂ ਉਹਦੀ ਸ਼ਖਸੀਅਤ ਦਾ ਕੱਦ ਘਟ ਜਾਣਾ ਸੀ। ਇਹ ਬਹੁਤ ਵੱਡੀ ਗੱਲ ਹੁੰਦੀ ਆ। ਸਾਡੇ ਵਰਗਿਆਂ ਨੂੰ ਕੋਈ ਕੁਛ ਕਹਿ ਦੇ, ਅਸੀਂ ਉਦੋਂ ਹੀ ਪ੍ਰਵੋਕ ਹੋ ਜਾਂਦੇ ਹਾਂ। ਮਤਲਬ ਫੇਸਬੁੱਕ ਤੋਂ ਪਤਾ ਲਾ ਕੇ ਵੀ ਇਹਨੂੰ ਗਾਲਾਂ ਦਿਓ, ਇਹਨੂੰ ਫੋਨ ਕਰੋ। ਉਹ ਬਹੁਤ ਵੱਡੀ ਸ਼ਖਸੀਅਤ ਸੀ, ਉਹਨੂੰ ਬਹੁਤ ਜਰਨਾ ਆਉਂਦਾ ਸੀ, ਝੱਲਣਾ ਬਹੁਤ ਆਉਂਦਾ ਸੀ। ਜਿਹੜੇ ਲੋਕ ਝੱਲ ਜਾਂਦੇ ਨੇ ਉਹੀ ਵੱਡੇ ਬਣਦੇ ਨੇ। ਹਾਂ, ਜਿਨ੍ਹਾਂ ਲੋਕਾਂ 'ਚ ਸਬਰ ਆ ਉਹੀ ਅੱਗੇ ਵੱਧਦੇ ਨੇ, ਹੈ ਨਾ। ਇਹ ਤਾਂ ਬਹੁਤ। ਤੁਸੀਂ ਫੇਸਬੁੱਕ 'ਤੇ ਲਿਖਿਆ ਕਿ ਕੁਝ ਵੀ ਪਹਿਲਾਂ ਜਿਹਾ ਨਹੀਂ ਰਿਹਾ, ਤੂੰ ਹੁੰਦਾ ਤਾਂ ਸ਼ਾਇਦ ਨਹੀਂ ਹੋਣਾ ਸੀ। ਤੇਰੇ ਜਾਣ ਤੋਂ ਬਾਅਦ ਮੈਂ ਵਾਹਿਗੁਰੂ ਦਾ ਜਾਪ ਕਰਨ ਲੱਗ ਗਿਆ, ਫਤਿਹ ਬੁਲਾਉਣ ਲੱਗ ਗਿਆ। ਬਹੁਤ ਕੁਝ ਲਿਖਿਆ ਤੁਸੀਂ ਫੇਸਬੁੱਕ 'ਤੇ, ਆਪਣੀ ਭਾਵਨਾਵਾਂ ਵਿਅਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਲਿਖਦੇ ਲਿਖਦੇ ਤੁਹਾਡੀਆਂ ਅੱਖਾਂ ਨਮ ਹੋਈਆਂ ਹੋਣੀਆਂ, ਸ਼ਾਇਦ ਪੜ੍ਹਦੇ ਸਾਡੀਆਂ ਅੱਖਾਂ ਵੀ ਨਮ, ਔਰ ਹੱਥ ਵਾਲੇ ਵੀ ਤੁਹਾਡੇ ਕੰਮ। ਜੀ, ਮੈਂ ਤਾਂ ਉਸ ਦਿਨ ਤੋਂ ਬਾਅਦ ਮੇਰੇ ਤੋਂ ਤਾਂ ਗੱਲ ਹੀ ਨਹੀਂ ਹੁੰਦੀ ਕਦੇ ਕਿਸੇ ਨਾਲ। ਮਤਲਬ ਨਾ ਕਿਸੇ ਬਗਾਨੇ ਨਾਲ, ਨਾ ਕਿਸੇ ਆਪ ਦੇ ਨਾਲ। ਲੱਖਾਂ ਫੋਨ ਆਉਂਦੇ ਨੇ, ਸੈਂਕੜੇ ਹਜ਼ਾਰਾਂ ਮੈਸੇਜ ਆਉਂਦੇ ਨੇ,
ਦਿਨੇ ਇੰਡੀਆ ਤੋਂ ਪੰਜਾਬ ਤੋਂ ਆਉਂਦੇ ਆ, ਰਾਤ ਤੋਂ ਉਹਨੂੰ ਬਾਹਰੋਂ ਆਉਂਦੇ ਆ। ਉਹ ਸਾਰਾ ਕੁਛ ਆ ਜਿਹੜਾ ਮੈਨੂੰ ਸਾਰਿਆਂ ਦੇ ਫੋਨ ਚੱਕਣੇ ਪੈਂਦੇ ਨੇ, ਉਹ ਲੋਕ ਉਹ ਰੋਂਦੇ ਨੇ, ਚੀਕਾਂ ਮਾਰਦੇ ਨੇ। ਮੈਂ ਤੁਹਾਨੂੰ ਆਡੀਓ ਮੈਸੇਜ ਇਹੋ ਜਿਹੇ ਸੁਣਾ ਸਕਦਾ ਕਿ ਮਤਲਬ ਤੁਸੀਂ ਖੁਦ ਸੁਣ ਕੇ ਚੀਕਾਂ ਮਾਰਨ ਲੱਗ ਜਾਓਗੇ। ਔਰ ਉਹ ਲੋਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਦੀਪ ਸਿੱਧੂ ਨੂੰ ਨਾ ਤਾਂ ਅਸੀਂ ਕਦੇ ਮਿਲੇ ਸੀ, ਨਾ ਹੀ ਕੋਈ ਸਾਡਾ ਉਹਦੇ ਨਾਲ ਰਿਸ਼ਤਾ ਸੀ, ਪਰ ਉਹ ਜਦੋਂ ਗਿਆ ਤਾਂ ਪਤਾ ਨਹੀਂ ਅੰਦਰੋਂ ਕੀ ਲੈ ਗਿਆ ਕੱਢ ਕੇ, ਹੈ ਨਾ। ਉਹੀ ਹਾਲ ਸਾਡਾ शहर ਨੂੰ ਵੀਰਾਨ। हाँ, वो बिछड़ा कुछ इस अदा से कि मौसम बदल गए, एक शख्स सारे शहर को वीरान कर गया। ਉਹ ਸਾਰੀ ਦੁਨੀਆ ਨੂੰ ਵੀਰਾਨ ਕਰ ਗਿਆ ਸਾਡੀ ਨੂੰ। ਜਿੱਥੋਂ ਤੱਕ ਨਜ਼ਰ ਜਾਂਦੀ ਆ ਸਾਡੇ ਕੋਲੇ ਕੁਛ ਇੱਦਾਂ ਲੱਗਦਾ ਕੁਛ ਹੈ ਨਹੀਂ ਗਾ। ਲੋਕ ਉਹਦੀ ਤਸਵੀਰਾਂ ਨੂੰ ਦੇਖ ਦੇਖ ਕੇ ਉਹਨੂੰ ਆਵਾਜ਼ਾਂ ਮਾਰ ਰਹੇ ਨੇ ਕਿ ਦੀਪ ਤਸਵੀਰ ਤੋਂ ਬਾਹਰ ਆ ਜਾ। ਹਾਂ, ਉਹ ਭਾਵੁਕਤਾ ਮਤਲਬ ਇੱਦਾਂ ਕਦੇ ਦੇਖਿਆ ਨਹੀਂ, ਮੈਂ ਤਾਂ ਕਦੇ ਨਹੀਂ ਦੇਖਿਆ ਇੱਦਾਂ। ਮੈਂ ਬਹੁਤ ਸਾਰੇ ਅਸੀਂ ਦੁੱਖ ਵੀ ਝੱਲੇ, ਬਹੁਤ ਸਾਰੀਆਂ ਮੌਤਾਂ ਵੀ ਹੋਈਆਂ, ਯੋਧਿਆਂ ਦੀਆਂ ਵੀ ਮੌਤਾਂ ਹੋਈਆਂ, ਘਰਦਿਆਂ ਦੀਆਂ ਵੀ ਹੋਈਆਂ, ਰਿਸ਼ਤਿਆਂ 'ਚ ਵੀ ਹੋਈਆਂ। ਮੈਂ ਤਾਂ ਚਲੋ ਹਾਂ ਹੀ ਭਾਵੁਕ ਬੰਦਾ, ਮੇਰੀ ਨਹੀਂ ਕੋਈ ਗੱਲ। ਮੈਂ ਇਹੋ ਜਿਹੇ ਸ਼ੇਰ ਰੋਂਦੇ ਦੇਖੇ ਜਿਹੜੇ ਅੰਮ੍ਰਿਤਧਾਰੀ ਯੋਧੇ ਜਿਨ੍ਹਾਂ ਨੇ ਸੰਘਰਸ਼ ਕੀਤਾ, 60 70 ਸਾਲ 75 ਸਾਲ ਜਿਨ੍ਹਾਂ ਦੀ ਉਮਰ ਆ, ਜਿਨ੍ਹਾਂ ਦੇ ਹੱਥਾਂ 'ਚ ਬਹੁਤ ਸਾਰੇ ਯੋਧਿਆਂ ਨੇ ਦਮ ਤੋੜਿਆ, ਜਿਨ੍ਹਾਂ ਨੇ ਬਹੁਤ ਜਿਹੜੀਆਂ ਚਖਾਵਾਂ ਨੂੰ ਅੱਗ ਦਿੱਤੀ। ਪਰ ਦੀਪ ਵੇਲੇ ਉਹ ਮੈਂ ਭੁੱਬਾ ਮਾਰ ਕੇ ਰੋਂਦੇ ਦੇਖੇ ਨੇ। ਕਿਸ ਤਰ੍ਹਾਂ ਪੂਰਾ ਝੁੱਕ ਕੇ ਮੱਥਾ ਟੇਕਿਆ ਗਿਆ ਉਸਦੇ ਮ੍ਰਿਤਕ ਦੇਹ ਨੂੰ, ਔਰ ਜਦੋਂ ਤੱਕ ਉਹ ਸੇਵਾ ਬਲਦਾ ਰਿਹਾ ਪੂਰੀ ਰਾਤ ਲੋਕ ਉੱਥੇ ਬੈਠੇ ਅਰਦਾਸਾਂ ਕਰੀ ਗਏ, ਪਾਠ ਕਰੀ ਗਏ, ਸਵੇਰ ਤੱਕ ਉੱਥੋਂ ਹਿੱਲੇ ਨਹੀਂ। ਔਰ ਦਿਨ ਚੜ੍ਹਿਆ ਤਾਂ ਲੋਕ ਮਿੱਟੀ ਦੇ ਨਾਲ, ਮਿੱਟੀ ਜਦੋਂ ਦੀਪ ਹੋ ਗਿਆ ਤਾਂ ਉਸ ਮਿੱਟੀ ਨੂੰ ਆਪਣੇ ਘਰ ਲਿਜਾਣ ਦੇ ਲਈ ਉੱਥੇ ਆਏ। ਮਜਬੂਰਨ ਪਰਿਵਾਰ ਨੂੰ ਉੱਥੇ ਰੱਸੀਆਂ ਲਾਉਣੀਆਂ ਪਈਆਂ। ਹਾਂਜੀ, ਬਹੁਤ ਅਲੌਕਿਕ ਵਰਤਾਰਾ ਸੀ। ਜਿਵੇਂ ਦੀਪ ਦੇ ਸ਼ਬਦਾਂ 'ਚ ਉਹ ਕਹਿੰਦਾ ਹੁੰਦਾ ਸੀ ਕਿ ਕਲਾ ਵਰਤ ਰਹੀ ਹੈ ਨਾ। ਜਦੋਂ ਬੈਰੀਕੇਡ ਤੋੜਦੇ ਸਿੰਘੂ ਬਾਰਡਰ ਉੱਧਰ ਸਾਰੇ ਪਹੁੰਚੇ, ਇੱਥੋਂ ਸ਼ੰਭੂ ਬਾਰਡਰ ਤੋਂ, ਪੰਜਾਬ ਤੋਂ, ਉਦੋਂ ਵੀ ਉਹਨੇ ਕਿਹਾ ਕਿ ਕਲਾ ਵਰਤ ਰਹੀ ਹੈ। ਉੱਥੇ ਵੀ ਉਹਨੇ ਕਿਹਾ ਕਿ ਕਲਾ ਵਰਤ ਰਹੀ ਹੈ। ਗੁਰੂ ਸਾਹਿਬਾਨ ਆਪ ਮਤਲਬ ਹਾਜ਼ਰ ਨਾਜ਼ਰ ਨੇ, ਸ਼ਹੀਦਾਂ ਦਾ ਪਹਿਰਾ। ਉਹ ਇੱਦਾਂ ਦੀਆਂ ਬਹੁਤ ਗੱਲਾਂ ਕਰਦਾ। 18ਵੀਂ ਸਦੀ 'ਚ ਲੈ ਜਾਂਦੇ ਸੀ। ਹਾਂ, ਬਹੁਤ ਸਾਰੇ ਵਿਰੋਧੀ ਜਾਂ ਕਾਮਰੇਡ ਟਾਈਪ ਲੋਕ ਆ ਜਿਹੜਾ ਉਹਦਾ ਮਜ਼ਾਕ ਵੀ ਉਡਾਉਂਦੇ ਸੀ। ਪਰ ਅਸੀਂ ਦੇਖੀ ਉਹ ਕਲਾ ਵਰਤਦੀ। ਉਹਦੇ ਜਾਣ ਤੋਂ ਬਾਅਦ ਵੀ ਕਲਾ ਹੀ ਵਰਤ ਰਹੀ ਹੈ। ਸਾਰਾ ਕੁਛ ਉਹ ਕੁਛ ਹੋ ਰਿਹਾ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ, ਕਦੇ ਨਹੀਂ ਸੋਚਿਆ ਕਿਸੇ ਨੇ। ਖੁਦ ਨਹੀਂ ਪਤਾ ਲੱਗਦਾ ਤੁਹਾਨੂੰ ਕਿ ਤੁਸੀਂ ਕੀ ਕਰ ਰਹੇ ਹੋ। ਗੱਲ ਸਿਰਫ ਇਹ ਹੈ ਕਿ ਤੁਸੀਂ ਉਸ ਦੁੱਖ 'ਚੋਂ ਜਿਹੜਾ ਦੀਪ ਦੇ ਗਿਆ, ਉਸ ਖਲਾਅ ਨੂੰ ਦੇਖ ਰਹੇ ਹੋ ਜਿਹੜਾ ਦੀਪ ਜੇ ਜਾਣ ਤੋਂ ਬਾਅਦ ਪੈਦਾ ਹੋਇਆ। ਕੋਈ ਜਾਣ ਕੇ ਨਹੀਂ ਕਰ ਰਿਹਾ, ਜਾਣ ਕੇ ਇੱਦਾਂ ਨਹੀਂ ਹੁੰਦਾ। ਕੋਈ ਡਰਾਮਾ ਨਹੀਂ ਕਰ ਰਿਹਾ ਕੋਈ। ਮਤਲਬ ਜਿਹਦਾ ਜਿਹੋ ਜਿਹੀ ਸਾਂਝ ਸੀ ਉਵੇਂ ਹੀ ਦੁੱਖ ਆ। ਔਰ ਕਮਾਲ ਦੀ ਗੱਲ ਆ, ਜਿਨ੍ਹਾਂ ਨਾਲ ਕੋਈ ਸਾਂਝ ਨਹੀਂ ਸੀ, ਜਿਨ੍ਹਾਂ ਨੂੰ ਕਦੇ ਨਹੀਂ ਮਿਲਿਆ, ਭੈਣਾਂ, ਬੱਚੇ, ਵੱਡੇ ਬਜ਼ੁਰਗ, ਮਤਲਬ ਬਾਹਰੋਂ ਉਹ ਕਹਿੰਦੇ ਸੀ ਅਸੀਂ, ਮੈਨੂੰ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕੁਛ ਲੋਕ ਕਿ ਜਦੋਂ ਇੰਡੀਆ ਆਵਾਂਗੇ ਨਾ ਤੇ ਬਾਈ ਦੀਪ ਨਾਲ ਮਿਲਾ ਦਿਓ। ਮੈਂ ਕਿਹਾ ਕੋਈ ਗੱਲ ਨਹੀਂ। ਹੁਣ ਉਹ ਮਤਲਬ ਇਹੋ ਜਿਹੇ ਵੀ ਮੈਨੂੰ ਮੈਸੇਜ ਜਾਂ ਫੋਨ ਆਉਂਦੇ ਆ ਕਿ ਸਾਡਾ ਇੰਡੀਆ ਆਉਣ ਨੂੰ ਜੀ ਨਹੀਂ ਕਰਦਾ। ਸਾਨੂੰ ਇੱਦਾਂ ਲੱਗਦਾ ਵੀ ਅਸੀਂ ਕਦੇ ਵੀ ਪੰਜਾਬ ਨਾ ਆਈਏ। ਇਹ ਤਾਂ ਉਹੀ ਗੱਲ ਹੋ ਗਈ, ਮਾਪੇ ਤੇਰੇ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨ। ਬਿਲਕੁਲ ਜੀ, ਦਿਲਾਂ ਦੇ ਜਾਨ ਨਹੀਂ। ਉਹਦੀ ਸਾਂਝ ਹੀ ਬਹੁਤ ਜ਼ਿਆਦਾ ਸੀ। ਜਿੱਥੋਂ ਦੀ ਲੰਘਦਾ ਸੀ ਉਹ, ਜਿਨ੍ਹਾਂ ਨੇ ਉਹਨੂੰ ਦੇਖਿਆ, ਜਿਹੜਿਆਂ ਨੇ ਉਹਨਾਂ ਨੂੰ ਬੋਲਦਾ ਦੇਖਿਆ, ਜਿਹਨੇ ਉਹਦੇ ਨਾਲ ਹੱਥ ਮਿਲਾਇਆ, ਜਿਹਨੇ ਉਹਦੀਆਂ ਸਪੀਚ ਸੁਣੀ, ਸਾਰੇ ਹੀ, ਹਰ ਕੋਈ। ਖਾਸ ਕਰਕੇ ਆ ਪਿਛਲੇ 3 ਦਿਨ ਜਿਹੜੇ ਸੀਗੇ ਅਮਰਗੜ੍ਹ, ਉਹ ਜਿਹੜਾ ਉਹਦਾ ਜਲਾਅ ਸੀ, ਉਹਨੇ ਦਸਤਾਰ ਸਜਾਈ ਹੋਈ ਸੀ, ਉਹਨੇ ਕਿਰਪਾਨ ਹੱਥ 'ਚ ਫੜ ਕੇ ਬੋਲਿਆ। ਉਹ ਮਤਲਬ ਉਹ ਜਿਹੜੀ ਉਹਦੀ ਇੱਕ ਪਰਸਨੈਲਿਟੀ ਆਈ ਸੀ ਜਿਹੜੀ, ਉਹ ਬਹੁਤ ਵੱਡੀ ਗੱਲ ਆ। ਜਦੋਂ ਕੋਈ ਜੋਬਨ ਉੱਤੇ ਤੁਰ ਜਾਂਦਾ ਤਾਂ ਉਹਦੀਆਂ ਚੰਗਿਆਈਆਂ ਬਹੁਤ ਯਾਦ ਆਉਂਦੀਆਂ ਨੇ, ਔਰ ਜਿਉਂਦੇ ਜੀ ਅਸੀਂ ਉਹਨੂੰ ਜੀਣ ਨਹੀਂ ਦਿੰਦੇ। ਬਿਲਕੁਲ ਜੀ, ਇਹੀ ਦੁਖਾਂਤ ਹੈ। ਪਰ ਮੈਂ ਫਿਰ ਵੀ ਇਸ ਗੱਲ ਨੂੰ ਪੋਜ਼ੀਟਿਵਲੀ ਲੈਂਦਾ ਕਿ ਮੰਨ ਲਓ ਜੇ ਕੋਈ ਮਰ ਜੇ, ਉਹ ਤੋਂ ਬਾਅਦ ਵੀ ਜੇ ਲੋਕ ਮੁੱਲ ਨਾ ਪਾਉਣ ਕਿ ਫਿਰ ਕਿੰਨੀ ਮਾੜੀ ਗੱਲ ਹੋਊਗੀ। ਮੈਂ ਮਤਲਬ ਵਾਹਿਗੁਰੂ ਪਰਮਾਤਮਾ ਦਾ ਲੱਖ ਕਰੋੜ ਸ਼ੁਕਰਾਨਾ ਕਰਦਾ, ਸਾਰੇ ਪੰਜਾਬੀਆਂ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਜਾਣ ਤੋਂ ਬਾਅਦ ਤਾਂ ਸਮਝ ਰਹੇ ਨੇ ਨਾ ਕਿ ਕੌਣ ਚਲਾ ਗਿਆ। ਚਲੋ ਸਾਡੇ ਵਰਗਿਆਂ ਤੋਂ ਪਹਿਲਾਂ ਵੀ ਪਤਾ ਹੀ ਸੀਗਾ, ਇਸੇ ਕਰਕੇ ਉਹਦੇ ਨਾਲ ਖੜ੍ਹੇ ਸੀ ਜਾਂ ਨਾਲ ਤੁਰੇ ਫਿਰਦੇ ਸੀ। ਇਹ ਬਹੁਤ ਵੱਡੀ ਗੱਲ ਆ
ਪਰ ਮੈਂ ਇਹਨੂੰ ਬਹੁਤ ਪੋਜ਼ਿਟਿਵਲੀ ਲੈਣਾ, ਕਿਉਂਕਿ ਦੀਪ ਵੀ ਇਦਾਂ ਹੀ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ, ਜੋ ਵੀ ਸਰ ਕੋਈ ਗੱਲ ਨਹੀਂ, ਬੰਦੇ ਇਕੱਠੇ ਹੋਣੇ ਚਾਹੀਦੇ ਆ। ਜਦੋਂ ਉਹ ਕਹਿੰਦਾ ਹੁੰਦਾ ਸੀ ਕਿ ਮੇਰੇ ਪਿੱਛੇ ਕੇਂਦਰ ਨੇ ਬੰਦੇ ਲਾ ਦੇਣੇ ਆ, ਮੈਨੂੰ ਮਰਵਾ ਦੇਣਾ ਹੈ, ਔਰ ਜਦੋਂ ਉਹਦੀ ਮੌਤ ਦੀ ਖਬਰ ਮਿਲੀ ਹੈ, ਕੀ ਆਇਆ ਜ਼ਿਹਨ ਦੇ? ਮੈਨੂੰ ਫਿਕਰ ਰਹਿੰਦਾ ਸੀ ਉਹਦਾ, ਹਮੇਸ਼ਾ ਹੀ ਬਹੁਤ ਫਿਕਰ ਰਹਿੰਦਾ ਸੀ। ਪਰ ਉਹ ਜਦੋਂ ਜੇਲ੍ਹ ਗਿਆ, ਜੋ ਭੱਜਿਆ ਫਿਰਦਾ ਸੀਗਾ, ਮੈਂ ਬੌਂਬੇ ਸੀਗਾ ਉਸ ਵਕਤ, 26 ਜਨਵਰੀ ਵੇਲੇ ਵੀ ਮੈਂ ਬੌਂਬੇ ਸੀ, ਇੱਕ ਹੋਰ ਫਿਲਮ ਦਾ ਕੰਮ ਕਰ ਰਿਹਾ ਸੀ। ਮੈਨੂੰ ਫਿਕਰ ਬਹੁਤ ਰਹਿੰਦਾ ਸੀ ਉਹਦਾ। ਮੈਨੂੰ ਭਾਜੜਾਂ ਪਈਆਂ ਉੱਥੋਂ, ਜਦੋਂ ਮੈਂ ਬੌਂਬਿਓਂ ਆਇਆ, ਇੱਥੇ ਬੰਦਿਆਂ ਨੂੰ ਮਿਲਿਆ। ਮੈਂ ਉਨਾ ਚਿਰ ਇੱਥੇ ਹੀ ਰਿਹਾ, ਜਦੋਂ ਮਤਲਬ ਜਿੰਨਾ ਚਿਰ ਬਾਹਰ ਨਹੀਂ ਆਇਆ, ਹੈ ਨਾ। ਹਾਂ, ਪਰ ਮੈਂ ਉਹਨੂੰ ਮਿਲਣ ਨਹੀਂ ਜਾ ਸਕਿਆ। ਉਹਨੇ ਮੈਨੂੰ ਮਤਲਬ ਮੈਂ ਜਿਹੜੇ ਉਹਦੇ ਕੋਲੇ ਜਾਂਦੇ ਸੀ, ਮੈਂ ਦੇਖ ਨਹੀਂ ਸੀ ਸਕਦਾ ਅਸਲ 'ਚ ਉਹਨੂੰ। ਮੈਨੂੰ ਇੱਦਾਂ ਹੁੰਦਾ ਸੀ ਕਿ ਜਦੋਂ ਬਾਹਰ ਆਊਗਾ ਨਾ, ਮੈਂ ਉੱਦਾਂ ਹੀ ਉਹਨੂੰ ਮਿਲੂੰਗਾ। ਦਲਜੀਤ ਕਲਸੀ, ਹੋਰ ਸਾਰੇ ਜਾਂਦੇ ਸੀ, ਮੈਂ ਉਹਨਾਂ ਨਾਲ ਇਨ ਟੱਚ, ਉਹ ਮੈਨੂੰ ਦੱਸਦੇ ਰਹਿੰਦੇ ਸੀਗੇ, ਹੈ ਨਾ। ਅਤੇ ਮੈਂ ਇੱਥੇ ਹੀ ਬੈਠਾ, ਮਤਲਬ ਉਡੀਕਦਾ ਸੀਗਾ ਕਿ ਉਹ ਬਾਹਰ ਨਿਕਲੇ। ਸਿਮਰਾ ਸਾਡਾ ਭਰਾ ਛੋਟਾ, ਉਹ ਜਾਂਦਾ ਸੀ, ਜਾਂ ਮਨਦੀਪ, ਇਹਨਾਂ ਨਾਲ ਮੈਂ ਗੱਲਾਂ ਕਰਦਾ ਰਹਿੰਦਾ। ਪਰ ਡਰ ਉਦੋਂ ਬਾਅਦ ਡਰ ਵੀ ਰਿਹਾ ਬਹੁਤ ਜ਼ਿਆਦਾ, ਫਿਕਰ ਬਹੁਤ ਰਹਿੰਦਾ ਸੀ ਉਹਦਾ, ਕਿਉਂਕਿ ਉਹ ਜਿੰਨੀ ਉਹਦੇ ਵਿੱਚ, ਉਹ ਜਿੰਨਾ ਦਲੇਰ ਸੀ, ਜਿੰਨੀ ਉਹਦੇ 'ਚ ਸ਼ਕਤੀ ਸੀ, ਜਿੰਨੀ ਉਹਦੇ 'ਚ ਜੋਸ਼ ਸੀਗਾ, ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਇੰਨੇ ਸੱਚੇ ਸੁੱਚੇ ਦਲੇਰ ਲੋਕ ਨੇ ਨਾ ਜਿਹੜੇ, ਉਹ ਦੁਨੀਆ ਦੇ ਵਿੱਚ ਮਤਲਬ ਅਕਸਰ ਇੱਦਾਂ ਹੋਇਆ ਹੈਗਾ ਕਿ ਕੁਛ ਨਾ ਕੁਛ ਗਲਤ ਹੋ ਜਾਂਦਾ ਹੈ ਨਾ, ਕਿ ਕੁਛ ਗਲਤ ਨਾ ਹੋ ਜੇ। ਅਤੇ ਇਹ ਫਿਕਰ ਰਹਿੰਦਾ ਸੀ ਇਸ ਗੱਲ ਦਾ, ਕਿਉਂਕਿ ਵੱਡੇ ਹੋਣ ਦੇ ਨਾਤੇ ਉਹਦੀ ਚਿੰਤਾ ਵੀ ਰਹਿੰਦੀ ਸੀ। ਅਤੇ ਉਹਦੇ ਨਾਲ ਵਿਚਾਰਕ ਮਤਭੇਦ ਹੋ ਜਾਂਦੇ ਸੀ ਕਈ ਵਾਰੀ, ਅਤੇ ਕਿਸ ਤਰੀਕੇ ਦੇ ਨਾਲ ਉਹਨੂੰ ਫਿਰ ਬਹੁਤ ਲੜਦੇ ਸੀ। ਉਹ ਮੇਰੇ ਨੂੰ ਬੋਲਦਾ ਨਹੀਂ ਸੀਗਾ ਕੁਛ, ਥੋੜ੍ਹਾ ਜਿਹਾ ਜਿੱਦ ਦਾ ਮੇਰੇ ਨਾਲ, ਫਿਰ ਚੁੱਪ ਕਰ ਜਾਂਦਾ। ਅਤੇ ਅਸੀਂ ਕਈ ਵਾਰੀ ਘੰਟਾ 2 ਘੰਟੇ ਨਹੀਂ ਸੀ ਬੋਲਦੇ, ਕਈ ਵਾਰੀ ਇੱਕ ਦਿਨ ਲੰਘ ਜਾਂਦਾ ਸੀ, ਬਸ ਇੰਨਾ ਕੀ ਹੁੰਦਾ ਸੀ। ਬਾਅਦ 'ਚ ਉਹ ਫਿਰ ਕਹਿੰਦਾ ਸੌਰੀ ਸਰ, ਉਹ ਆਹ ਗੱਲ ਆ। ਅਤੇ ਉਹ ਮੈਂ ਵੀ ਸੌਰੀ ਵਾਲੀ ਗੱਲ ਹੀ ਸੀਗੀ ਮੇਰੀ ਵੀ, ਮਤਲਬ ਵੀ ਚਲੋ ਆਪਾਂ ਨੂੰ ਸਾਨੂੰ ਅਸਲ 'ਚ ਇਹ ਗੱਲ ਦਾ ਨਾ ਪਤਾ ਲੱਗ ਗਿਆ ਸੀਗਾ ਥੋੜ੍ਹੇ ਸਮੇਂ ਬਾਅਦ ਹੀ, ਕਿ ਅਸੀਂ ਜਿੰਨਾ ਮਰਜ਼ੀ ਲੜ ਲਈਏ, ਜਿੰਨਾ ਮਰਜ਼ੀ ਇੱਕ ਦੂਜੇ ਨਾਲ ਬਹਿਸ ਕਰ ਲਈਏ, ਸਾਨੂੰ ਇਕੱਠੇ ਹੀ ਰਹਿਣਾ ਪਊਗਾ। ਮੈਨੂੰ ਇਹ ਪਤਾ ਸੀ ਕਿ ਜੋ ਮੈਂ ਸੋਚਦਾ, ਜਿਸ ਕਿਸਮ ਦੀ ਫਿਲਮ ਮੈਂ ਸੋਚਦਾ, ਜਿਸ ਕਿਸਮ ਦਾ ਸਿਨੇਮਾ ਮੈਂ ਬਣਾਉਣਾ, ਜੋਰਾ ਦੀਆਂ ਬਹੁਤ ਸਾਰੇ ਐਪੀਸੋਡ ਬਣਾਉਣੇ ਸੀ, 2 ਬਣਾ ਸਕੇ ਅਸੀਂ, ਕਿ ਉਹ ਦੀਪ ਨਾਲ ਕੰਮ ਕਰਨਾ ਹੀ ਪਊਗਾ। ਅਤੇ ਵੈਸੇ ਵੀ ਫਿਲਮੀ ਦੁਨੀਆ ਤੋਂ ਬਿਨਾਂ ਵੀ ਦੀਪ ਨਾਲ ਰਹਿਣਾ ਪਊਗਾ। ਉਹਨੂੰ ਵੀ ਇਹ ਗੱਲ ਪਤਾ ਸੀਗੀ ਕਿ ਮੈਂ ਅਗਰ ਕੁਛ ਵੀ ਕਰਨਾ, ਸਿਨੇਮਾ ਜਾਂ ਉਹ ਜੋ ਵੀ ਆ, ਤਾਂ ਉਹ ਸਾਰੇ ਹੀ ਕਰ ਸਕਦੇ ਆ। ਉਹ ਮੈਨੂੰ ਸਰ ਕਹਿੰਦਾ ਹੁੰਦਾ ਕਿ ਬਾਈ, ਮੇਰੇ ਪਿੱਠ ਪਿੱਛੇ ਗਿੱਲ ਸਾਹਿਬ ਕਹਿੰਦਾ ਹੁੰਦਾ, ਤਾਂ ਉਹ ਜਿਹੜਾ ਵੀ ਉਹਦੇ ਕੋਲੇ ਫਿਲਮ ਲੈ ਕੇ ਜਾਂਦਾ ਜਾਂ ਕੋਈ ਵੀ ਗੱਲ ਕਰਦਾ, ਤਾਂ ਉਹਨੇ ਇਹੀ ਕਹਿਣਾ ਕਿ ਗਿੱਲ ਸਾਹਿਬ ਨਾਲ ਗੱਲ ਕਰੋ, ਕਿ ਉਹਨੂੰ ਜੋ ਕੁਛ ਉਹ ਸੋਚਦਾ ਸੀ, ਜਿਸ ਕਿਸਮ ਦੇ ਮੈਂ ਡਾਇਲੋਗ ਲਿਖੇ, ਜੋ ਉਹਦੀ ਪਰਸਨੈਲਿਟੀ ਦੇ ਨਾਲ ਸੂਟ ਕਰਦੀਆਂ ਗੱਲਾਂ ਸੀ, ਅਸੀਂ ਇੱਕ ਦੂਜੇ ਦੇ ਪੂਰਕ ਸੀਗੇ ਨਾ। ਉਹ ਇਸ ਕਰਕੇ ਸਾਨੂੰ ਇਹ ਸੀਗਾ, ਯਾਰ ਲੜੀ ਚੱਲੋ, ਭਿੜੀ ਚੱਲੋ, ਕੁਛ ਮਰਜ਼ੀ ਰਹੋ, ਰਹਿਣਾ ਤਾਂ ਇਕੱਠੇ ਹੀ ਆ। ਮਤਲਬ ਇਹ ਫੈਸਲਾ ਜਿਹਾ ਕਰ ਲਿਆ ਸੀ ਮਨ ਅੰਦਰ। ਉਹ ਮੈਨੂੰ ਔਖਾ ਵੀ ਕਰਦਾ ਸੀ, ਕਈ ਵਾਰੀ ਮੈਨੂੰ ਤੰਗ ਬਹੁਤ ਕਰਦਾ ਸ਼ੂਟਿੰਗ ਵੇਲੇ। ਫਿਰ ਵੀ ਮੈਨੂੰ ਇਹ ਹੁੰਦਾ ਸੀ ਵੀ ਕੋਈ ਨਹੀਂ ਯਾਰ, ਇਹ ਤਾਂ ਐਂ ਹੀ ਆ, ਇਹ ਜੋ ਮਰਜ਼ੀ ਕਰੀ ਜਾਵੇ, ਕੰਮ ਤਾਂ ਅਸੀਂ ਇਕੱਠਿਆਂ ਨਹੀਂ ਕਰਨਾ ਜੀ। ਜ਼ੋਰਾ ਰੀਲੋਡਡ ਦਾ ਆਖਰੀ ਉਹਨਾਂ ਦੇ ਫੇਸਬੁੱਕ ਪੋਸਟ 'ਤੇ ਇੱਕ ਪੋਸਟਰ ਜਿਹਾ ਉਹਨਾਂ ਨੇ ਸ਼ੇਅਰ ਕੀਤਾ ਹੋਇਆ, ਕਮਿੰਗ ਸੂਨ ਲਿਖ ਕੇ। ਅਧੂਰਾ ਰਹਿ ਗਿਆ ਉਹ ਸਾਰਾ ਕੁਛ ਜੋ ਉਹਨਾਂ ਨੇ ਦੇਖਿਆ। ਬਿਲਕੁਲ, ਤੁਸੀਂ ਦੇਖਿਆ ਹੋਣਾ ਅੰਤਿਮ ਦਿਨਾਂ ਦੇ ਵਿੱਚ ਉਹਦੀ ਦਾੜੀ ਵਧੀ ਵੀ ਸੀਗੀ, ਹੈ ਨਾ। ਅਤੇ ਦਸਤਾਰ ਤਾਂ ਚਲੋ ਉਹ ਉਹਦੇ ਲਈ ਸਜਾ ਕੇ ਆਇਆ ਸੀਗਾ, ਜਿਹੜਾ ਮਾਨ ਸਾਹਿਬ ਦਾ ਚੋਣ ਮੁਹਿੰਮ ਸੀ। ਪਰ ਫਿਲਮ ਦੇ ਲਈ ਦਾੜੀ ਅਤੇ ਮਤਲਬ ਮੁੱਛਾਂ, ਦਾੜੀ ਉਹ ਵੱਡੀ ਚਾਹੀਦੀ ਸੀ। ਜਿਵੇਂ ਜੋਰਾ 10 ਨੰਬਰੀਆ ਦੇ ਸ਼ੁਰੂ ਵਿੱਚ ਉਹਦੇ ਦਾੜੀ ਮੁੱਛਾਂ ਵੱਡੀਆਂ ਨੇ, ਅਤੇ ਦਸਤਾਰ ਤੋਂ ਵੈਸੇ ਸਜਾਉਣ ਲੱਗ ਪਿਆ ਸੀਗਾ। ਅਤੇ ਅਸੀਂ 10 ਮਾਰਚ ਨੂੰ ਸ਼ੁਰੂ ਕਰਨੀ ਸੀਗੀ ਜੋਰਾ, ਅਤੇ 3 ਫਰਵਰੀ ਨੂੰ ਉਹ ਮੇਰੇ ਕੋਲ ਹੀ ਆਇਆ ਮੋਹਾਲੀ, ਅਤੇ ਮੇਰੇ ਕੋਲੋਂ ਹੀ ਉਹ ਏਅਰਪੋਰਟ ਗਿਆ, ਅਤੇ ਫਿਰ ਉਹ ਬੌਂਬੇ ਗਿਆ। ਬੌਂਬੇ ਤੋਂ ਆ ਕੇ ਫਿਰ ਉਹ ਮਾਨ ਸਾਹਿਬ ਦੀ ਚੋਣ ਮੁਹਿੰਮ 'ਚ ਗਿਆ। ਚੋਣ ਮੁਹਿੰਮ 'ਚ ਹੀ ਉਹ ਫਿਰ ਹੌਬੀ ਧਾਲੀਵਾਲ BJP 'ਚ ਚਲੇ ਗਏ। ਮੈਂ ਇਹਨੂੰ ਮੈਸੇਜ ਕੀਤਾ, ਮੈਂ ਕਿਹਾ ਯਾਰ ਵੀ ਆਹ ਗਲਤ ਹੋ ਗਿਆ।
ਉਹਨਾਂ ਨੂੰ ਫਿਲਮ ਚੋਂ ਤੇ ਉਹ ਫੇਰ ਗੱਲ ਹੋਈ ਸਾਡੀ 2 ਵਾਰੀ ਦਿਨ ਵਿੱਚ ਦੀ। ਮੈਨੂੰ ਕਹਿੰਦੇ ਕਿਉਂ? ਮੈਂ ਕਿਹਾ ਯਾਰ ਵੀ ਉਹ ਤਾਂ ਆਪਣਾ ਤਾਂ ਸਟੈਂਡ ਆ, ਆਪਾਂ ਨਹੀਂ ਕਰ ਸਕਦੇ। ਜਿੱਦਾਂ ਆਪਾਂ ਧਰਮਿੰਦਰ ਨੂੰ ਨਹੀਂ ਫਿਲਮ 'ਚ ਲੈ ਸਕਦੇ ਹੈ ਨਾ, ਉਹ ਵੀ ਸੀਗੇ ਵੀ ਧਰਮਿੰਦਰ ਵੀ ਅਸੀਂ ਸੋਚ ਲਿਆ ਸੀ ਵੀ ਐਤਕੀ ਨਹੀਂ ਹੋਣਗੇ ਕਿਉਂਕਿ ਉਹ ਉਹਨਾਂ ਤੋਂ ਅੱਡ ਹੋ ਗਏ ਸੀ ਅਸੀਂ। ਉਵੇਂ ਹੀ ਹੌਬੀ ਧਾਲੀਵਾਲ ਬਾਰੇ ਵੀ ਗੁਰਦੀਪ ਨੇ ਪ੍ਰੈਸ ਨੂੰ ਵੀ ਦੱਸਤਾ। ਸਾਰਾ ਕੁਝ ਸੀਗਾ ਵੀ ਕਰਨਾ, ਪਰ ਕੁਦਰਤ ਨੂੰ। ਧਾਲੀਵਾਲ ਇੱਕ ਕੋਇਨਸੀਡੈਂਸ ਹੈ, ਕੁਦਰਤੀ ਹੈ ਕਿ ਦੀਪ ਦੀ ਐਕਸੀਡੈਂਟ ਤੋਂ 1 ਦਿਨ ਪਹਿਲਾਂ ਹੀ ਮੇਰੀ ਮੁਲਾਕਾਤ ਹੋਈ ਤਾਂ ਉਹ ਕਹਿੰਦੇ ਕਿ ਮੈਂ ਨਾਰਾਜ਼ ਹਾਂ ਦੀਪ ਨੇ ਜੋ ਕੀਤਾ, ਉਹਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ। ਔਰ ਦੀਪ ਦੀ ਮੌਤ ਤੋਂ ਬਾਅਦ ਉਹ ਕਹਿੰਦੇ ਨੇ ਕਿ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ। ਹਾਂ ਨਹੀਂ, ਹੌਬੀ ਧਾਲੀਵਾਲ ਵੀ ਸਾਡਾ ਭਰਾ ਹੈ, ਮਤਲਬ ਉਹਦੀ ਕੋਈ ਮਜਬੂਰੀ ਹੋਊਗੀ, ਉਹਦਾ ਕੋਈ ਵਿਚਾਰਧਾਰਕ ਹਿੱਤ ਜਾਂ ਉਹਨਾਂ ਦੀ ਪੂਰਤੀ ਲਈ ਉਹ BJP 'ਚ ਗਏ ਹੋਣਗੇ। ਪਰ ਉਹ ਇੱਦਾਂ ਦੀ ਕੋਈ ਗੱਲ ਨਹੀਂ, ਉਹਦੇ ਨਾਲ ਕੋਈ ਜਾਤੀ ਦੁਸ਼ਮਣੀ ਤਾਂ ਹੈ ਨਹੀਂ ਗੀ, ਹੈਗਾ ਤਾਂ ਉਹ ਸਾਡਾ ਵੱਡਾ ਭਰਾ ਹੀ ਹੈ। ਮਤਲਬ ਬਹੁਤ ਪੁਰਾਣੀ ਸਾਂਝ ਆ ਮੇਰੀ ਤਾਂ। ਦੀਪ ਤਾਂ ਹੌਬੀ ਅਤੇ ਦੀਪ ਤਾਂ ਬਾਅਦ 'ਚ ਮਿਲੇ, ਮੈਂ ਤਾਂ ਬਹੁਤ ਪਹਿਲਾਂ ਦਾ ਹੌਬੀ ਧਾਲੀਵਾਲ ਨੂੰ ਜਾਣਦਾ, ਬੜੀ ਅਸੀਂ ਇੱਜ਼ਤ ਕਰਦੇ ਹਾਂ ਉਹਨਾਂ ਦੀ। ਪਰ ਉਸ ਰਾਜਨੀਤਿਕ ਵਿਚਾਰਧਾਰਾ ਨਾਲ ਅਸੀਂ ਨਹੀਂ ਖੜ ਸਕਦੇ। ਜਿੱਦਾਂ ਮੈਂ ਹੰਸ ਭਾਜੀ ਨਾਲ ਮੇਰੀ ਬਹੁਤ ਜ਼ਿਆਦਾ ਨੇੜਤਾ ਸੀ, ਪਰ ਉਹ ਜਦੋਂ ਉੱਧਰ ਚਲੇ ਗਏ ਮੈਂ ਉਹਨਾਂ ਦੇ ਨਾਲ ਵੀ ਨਹੀਂ ਖੜਾ। ਕਿ ਰਾਜਨੀਤਿਕ ਤੌਰ 'ਤੇ ਕੁਛ ਅਸੂਲ ਨੇ ਸਾਡੇ ਜਿਨ੍ਹਾਂ 'ਤੇ ਅਸੀਂ ਸਮਝੌਤਾ ਨਹੀਂ ਕਰ ਸਕਦੇ। ਔਰ ਜਦੋਂ ਚਲੋ ਫਿਲਮਾਂ ਕਰਨੀਆਂ ਇਹ ਸਭ ਛੋਟੀ ਗੱਲ ਹੁੰਦੀ ਹੈ। ਕਿਸੇ ਇਨਸਾਨ ਦਾ ਸਰੀਰਕ ਰੂਪ ਦੇ ਵਿੱਚ ਦੁਨੀਆ 'ਚੋਂ ਚਲੇ ਜਾਣਾ ਜਿਹੜਾ ਇਹ ਬਹੁਤ ਵੱਡਾ ਦੁਖਾਂਤ ਆ, ਔਰ ਫਿਰ ਦੀਪ ਵਰਗੇ ਇਨਸਾਨ ਦਾ। ਇਸ ਕਰਕੇ ਹੌਬੀ ਹੋਵੇ ਚਾਹੇ ਕੋਈ ਵੀ ਹੋਵੇ, ਦੁੱਖ ਤਾਂ ਸਾਰਿਆਂ ਨੂੰ ਹੈਗਾ ਹੀ ਆ ਜੀ। ਦੀਪ ਇੱਕ ਅਜਿਹਾ ਦੀਵਾ ਜੋ ਕਦੇ ਬੁੱਝ ਨਹੀਂ ਸਕਦਾ, ਪਰ ਇਸ ਸੋਚ ਨੂੰ ਸਦਾ ਜਿਉਂਦੇ ਤੁਸੀਂ ਰੱਖਣਾ ਹੈ, ਅਸੀਂ ਰੱਖਣਾ ਹੈ। ਆਪਣੇ ਵਿਚਾਰਾਂ ਦੇ ਵਿੱਚ ਉਹਨੂੰ ਸਦਾ ਅਮਰ ਰੱਖਿਓ, ਉਹਦੀ ਵਿਚਾਰਧਾਰਾ ਨੂੰ ਅਪਣਾਇਓ। ਔਰ ਚੜ੍ਹਦੀ ਕਲਾ ਦੀ ਜੋ ਸਭ ਤੋਂ ਖੂਬਸੂਰਤ ਉਦਾਹਰਣ ਦੀਪ ਦਿੰਦਾ ਸੀ, ਔਰ ਜਦੋਂ ਸਟੇਜ 'ਤੇ ਜਾ ਕੇ ਮਾਈਕ ਮੂਹਰੇ ਖੜਾ ਹੋ ਕੇ ਜਿਸ ਔਡੈਸਿਟੀ ਦੇ ਨਾਲ ਦੀਪ ਨੇ ਅਕਸਰ ਤੁਹਾਨੂੰ ਨੀਂਦ 'ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਨੂੰ ਕਦੇ ਨਾ ਭੁੱਲਿਓ। ਇਸੇ ਤਰੀਕੇ ਦੇ ਨਾਲ ਅਸੀਂ ਦੀਪ ਨੂੰ ਅਮਰ ਰੱਖ ਸਕਦੇ ਹਾਂ ਔਰ ਉਹਦੀ ਸੋਚ 'ਤੇ ਠੋਕ ਕੇ ਪਹਿਰਾ ਦੇ ਸਕਦੇ ਹਾਂ। ਕੈਮਰਾਮੈਨ ਪ੍ਰਕਾਸ਼ ਸਿੰਘ ਜੱਸਾ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।